ਡਾਕਟਰ BR ਅੰਬੇਡਕਰ ਰਾਸ਼ਟਰੀ ਤਕਨੀਕੀ ਇੰਸਟੀਚਿਊਟ, ਜਿਸ ਨੂੰ ਪਹਿਲਾਂ ਖੇਤਰੀ ਇੰਜੀਨੀਅਰਿੰਗ ਕਾਲਜ ਜਲੰਧਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਜਲੰਧਰ ਪੰਜਾਬ ਵਿੱਚ ਸਥਿਤ ਇੱਕ ਸਰਕਾਰੀ ਇੰਜੀਨੀਅਰਿੰਗ ਯੂਨੀਵਰਸਿਟੀ ਹੈ, ਜਿਸ ਦੀ ਸਥਾਪਨਾ 1987 ਵਿੱਚ ਹੋਈ ਸੀ। 17 ਅਕਤੂਬਰ 2002 ਵਿੱਚ ਕੇਂਦਰੀ ਸਿੱਖਿਆ ਮੰਤਰਾਲਾ, ਮੌਜੂਦਾ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੁਆਰਾ ਇਸ ਨੂੰ ਰਾਸ਼ਟਰੀ ਤਕਨੀਕੀ ਇੰਸਟੀਚਿਊਟ ਦਾ ਦਰਜਾ ਦਿੱਤਾ ਗਿਆ। ਡਾਕਟਰ BR ਅੰਬੇਡਕਰ NIT ਜਲੰਧਰ ਇੱਕ ਰਾਸ਼ਟਰੀ ਮਹੱਤਵ ਦਾ ਸੰਸਥਾਨ ਹੈਗਾ, ਜਿਹਦੀ ਅੱਜ ਦੀ ਰੈਂਕਿੰਗ NIRF ਰੈਂਕਿੰਗ ਦੇ ਤਹਿਤ 46ਵੇਂ ਨੰਬਰ ਤੇ ਹੈ। ਪਰ ਟੌਪ 50 ਇੰਸਟੀਚਿਊਟ ਦੇ ਵਿੱਚ ਆਉਣਾ ਇੱਕ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਔਰ ਇਹ ਸਾਰੇ ਪੰਜਾਬ ਵਾਸੀਆਂ ਲਈ ਇੱਕ ਮਾਣ ਦਾ ਵਿਸ਼ੇ ਹੈ ਕਿ ਅਸੀਂ ਟੌਪ 50 ਦੇ ਵਿੱਚ ਅੱਜ ਦੀ ਡੇਟ 'ਚ ਐਗਜ਼ਿਸਟ ਕਰ ਰਹੇ ਹਾਂ। ਸਿੱਖਿਆ ਮੰਤਰਾਲੇ ਦੇ ਅੰਤਰਗਤ ਟੌਪ 50 ਇੰਸਟੀਚਿਊਟਸ ਦੇ ਵਿੱਚ ਹੋਣ ਕਰਕੇ ਸਾਨੂੰ ਇਹ ਮਾਣ ਮਿਲਿਆ ਹੈ ਕਿ ਅਸੀਂ BSc B.Ed ਪ੍ਰੋਗਰਾਮ ਨੂੰ ਵੀ ਸਟਾਰਟ ਕਰ ਸਕੀਏ, ਜਿਹੜਾ ਕਿ ਅਸੀਂ ਪਿਛਲੇ ਸਤਰ ਤੋਂ ਲਗਭਗ 40 ਸਟੂਡੈਂਟਸ ਦੇ ਨਾਲ ਇਸ ਪ੍ਰੋਗਰਾਮ ਨੂੰ ਸਟਾਰਟ ਕੀਤਾ ਹੈ। ਡਾਕਟਰ BR ਅੰਬੇਡਕਰ ਰਾਸ਼ਟਰੀ ਤਕਨੀਕੀ ਇੰਸਟੀਚਿਊਟ ਕੰਪਲੈਕਸ 154 ਏਕੜ ਖੇਤਰ ਵਿੱਚ ਫੈਲਿਆ ਹੋਇਆ ਏ। ਇਸ ਵਿੱਚ ਸਿੱਖਿਆ ਦੀਆਂ ਸਹੂਲਤਾਂ, ਵਿਦਿਆਰਥੀਆਂ ਲਈ ਹੋਸਟਲ ਤੇ ਕਰਮਚਾਰੀਆਂ ਲਈ ਰਿਹਾਇਸ਼ ਤੋਂ ਇਲਾਵਾ कई तरह ਦੀਆਂ सहूलतां मौजूद हैं। NIT जालंधर में लास्ट 2 ईयर से 60 और 62 के अराउंड फैकल्टी नई इंडक्ट हुए हैं, और जिससे हम लोगों का टीचिंग में और रिसर्च में बहुत अच्छा, हमारे NIT जालंधर बहुत अच्छा काम कर रही है। इसके साथ साथ ही नॉन टीचिंग स्टाफ 21 साल बाद हम लोगों ने लगभग 100 के लगभग नॉन टीचिंग स्टाफ को इंट्रोड्यूस किया है, जो जिससे क्या है कि हम लोगों का रिसर्च और लैब वगैरह का बहुत अच्छा काम कर रहे हैं। साथ में हम देखें कि हमारी फैकल्टी बहुत अच्छा परफॉर्म कर रही है, तो अभी तक का 4000 पब्लिकेशन बहुत अच्छे रेपुटेटेड जर्नल में पब्लिश हुए हैं, और जो उसका काफ़ी पेटेंट भी फाइल किए हैं। 96 पेटेंट अभी तक फाइल किए गए हैं, जिसमें हमें कई पेटेंट ग्रांट भी हो चुके हैं लास्ट 5 ईयर में। साथ में अभी तक हम लोगों का इंस्टीट्यूट का जो प्रोजेक्ट है अराउंड लास्ट, अगर 5 ईयर में हम देखें तो 100 के लगभग प्रोजेक्ट जो फैकल्टी एक्सटर्नल फंडिंग से प्रोजेक्ट कर रहे हैं, उसमें लगभग 35 करोड़ रुपए तक अभी तक एक्सटर्नल फंडिंग एजेंसी से आए हुए हैं, जो हमारा इंस्टीट्यूट बहुत अच्छा काम कर रहा है। ਇਹਦਾ ਉਦੇਸ਼ ਇਹ ਹੈ ਕਿ ਇੱਕ ਰਾਸ਼ਟਰੀ ਮਹੱਤਵ ਦਾ ਸਥਾਨ ਜਦੋਂ BSc B.Ed, ਜਿਹਦਾ ਮਤਲਬ ਹੈ ਕਿ ਸਕੂਲ ਟੀਚਰਸ ਨੂੰ ਪ੍ਰੋਡਿਊਸ ਕਰੇਗਾ, ਤੇ ਇਹਦੇ ਵਿੱਚ ਸਕੂਲ ਦੀ ਐਜੂਕੇਸ਼ਨ ਦੀ ਗੁਣਵੱਤਾ ਵੀ ਵਧੇਗੀ। ਇਹਦੇ ਨਾਲ ਅਸੀਂ ਵਰਟੀਕਲ ਇੰਟੀਗ੍ਰੇਸ਼ਨ 'ਚ ਵੀ ਆਪਣੇ ਆਪ ਨੂੰ ਅਪਡੇਟ ਕੀਤਾ ਹੈ। ਅਸੀਂ IIT ਮਦਰਾਸ, IIT ਰੁੜਕੀ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਅੰਮ੍ਰਿਤਸਰ, ਇਹਨਾਂ ਦੇ ਨਾਲ ਇੱਕ MOU ਸਾਈਨ ਕੀਤਾ ਹੈ, ਜਿੱਥੇ ਸਾਡੇ ਆਪਣੇ ਸਟੂਡੈਂਟਸ ਉਹਨਾਂ ਦੇ ਨਾਲ ਹਾਇਰ ਐਜੂਕੇਸ਼ਨ 'ਚ ਜਾ ਕੇ ਮਾਸਟਰਸ ਆਫ ਟੈਕਨੋਲੋਜੀ IIT ਤੋਂ ਜਾਂ PhD IIT ਤੋਂ ਜਾਂ MBA ਦੀ ਡਿਗਰੀ IIM ਅੰਮ੍ਰਿਤਸਰ ਤੋਂ ਸਾਡੇ ਇੱਥੇ ਰਹਿੰਦੇ ਹੋਏ ਡਿਊਅਲ ਡਿਗਰੀ ਪ੍ਰੋਗਰਾਮ ਦੇ ਅੰਤਰਗਤ ਕਰ ਸਕਦੇ ਕਿ ਡਾਕਟਰ BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਪੂਰੇ ਨਾਰਥ ਵਿੱਚ ਇੱਕ ਪ੍ਰੀਮੀਅਰ ਇੰਸਟੀਚਿਊਟ ਹੈ, ਜਿਸ ਦੇ ਵਿੱਚ ਅਸੀਂ BTech, MTech, MSc, MBA ਤੇ PhD ਪ੍ਰੋਗਰਾਮ ਰਨ ਕਰਦੇ ਹਾਂ। ਤੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ ਜੈਸੇ BTech ਵਿੱਚ ਸਾਡੇ ਕੋਲ ਰਫਲੀ 4500 ਸਟੂਡੈਂਟ ਹੈ, ਔਰ MTech ਵਿੱਚ 400 ਦੇ ਕਰੀਬ ਤੇ PhD ਵਿੱਚ 600 ਦੇ ਕਰੀਬ ਸਟੂਡੈਂਟ ਰਜਿਸਟਰ ਹੈ। ਅਸੀਂ ਪੂਰੇ ਨਾਰਥ ਵਿੱਚ ਜਿਹੜੇ BTech ਪ੍ਰੋਗਰਾਮ ਰਨ ਕਰ ਰਹੇ ਹਾਂ, ਉਹ ਇੱਕ ਨਵੀਂ ਇਨੋਵੇਟਿਵ ਟੈਕਨੋਲੋਜੀ ਦੇ ਬੇਸ ਹਨ। ਕੁਝ ਨਵੇਂ ਪ੍ਰੋਗਰਾਮ ਅਸੀਂ ਸ਼ੁਰੂ ਕੀਤੇ ਹਨ, ਜਿਵੇਂ ਕਿ ਡਾਟਾ ਸਾਇੰਸ, ਡਾਟਾ ਐਨਾਲਿਟਿਕਸ ਤੇ ਮੈਥਮੈਟਿਕਸ ਐਂਡ ਕੰਪਿਊਟਿੰਗ, ਇਲੈਕਟ੍ਰੋਨਿਕਸ ਐਂਡ VLSI डिज़ाइन। ਇਹ ਕੁਝ BTech ਦੇ ਵਿੱਚ ਅਸੀਂ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜਿਹੜੇ ਕਿ ਬੜੇ ਲਾਭਵੰਦ ਹੋਣਗੇ ਸਾਰੇ ਵਿਦਿਆਰਥੀਆਂ ਵਾਸਤੇ। अभी तक हम देख रहे हैं कि कई प्रोजेक्ट हमारे DRDO और ISRO के भी चल रहे हैं। ISRO ने एक क्या है, स्पेस टेक्नोलॉजी इंक्यूबेशन सेंटर खोला हुआ है, जिसमें स्टूडेंट और फैकल्टी जो स्पेस टेक्नोलॉजी की प्रॉब्लम है उस प्रोजेक्ट पे काम कर रहा है, सॉल्व करके स्पेस टेक्नोलॉजी ने हम लोगों को अभी तक 1.9 करोड़ रुपए दे चुके हैं, और वो 2 साल के लिए हर साल देते हैं, और ख़त्म हो जाते तो उसके बाद और देते, तो स्टूडेंट का इन्वॉल्वमेंट काफ़ी रहता है। ये हमारा स्पेस टेक्नोलॉजी इंक्यूबेशन सेंटर है NIT जालंधर का, और ये ISRO इंडियन स्पेस रिसर्च ऑर्गेनाइजेशन के सहायता से बनाया गया है। उन्होंने NIT जालंधर हमारे इंस्टीट्यूट को करीब 2 करोड़ का फंडिंग दिया है इस इंक्यूबेशन सेंटर को डेवलप करने के लिए। ये इंक्यूबेशन सेंटर नॉर्दर्न रीजन के लिए, भारत के नॉर्दर्न रीजन के लिए बनाया गया है,
इसमें दिल्ली से ऊपर के जो स्टेट्स हैं, पंजाब, हरियाणा, J&K, उत्तराखंड, ये सारे इसके अंदर शामिल हैं, ये इनको केटर करते हैं। और अभी इस टाइम पर हमारे यहाँ 11 प्रोजेक्ट अवार्ड हुए हैं इस स्पेस टेक्नोलॉजी इंक्यूबेशन सेंटर में, जिसमें 4 प्रोजेक्ट ऑलरेडी कंप्लीट हुए हैं। इन प्रोजेक्ट्स की खासियत ये है कि ये प्रोजेक्ट्स फ्लोट होते हैं, मतलब ऑफ़र होते हैं इसरो के अलग अलग भागों से, अलग अलग सेंटर्स से जो देश के अलग अलग भागों में फैले हुए हैं। और जब वो प्रोजेक्ट फ्लोट करते हैं तो हमारे फैकल्टी को, हमारे स्टूडेंट्स को एक टीम बना के उन प्रोजेक्ट्स में पार्टिसिपेट करना होता है, उनके लिए बिडिंग करना होता है, कॉम्पिटिटिव प्रोसेस होता है। और वो जब प्रोजेक्ट सिलेक्ट होते हैं उसके बाद रिगरस प्रोसेस के बाद प्रोजेक्ट अवार्ड होता है। इस स्पेस टेक्नोलॉजी इंक्यूबेशन सेंटर में जो प्रोजेक्ट्स चल रहे हैं ये हमारे स्टूडेंट्स के लिए बहुत हेल्पफुल हैं, क्योंकि इनमें डायरेक्टली स्टूडेंट्स को एक्सपोजर मिलता है स्पेस टेक्नोलॉजी पे काम करने का, टीम्स में काम करने का, और अपने इंक्यूबेशन सेंटर्स, अपने इंक्यूबेशन आइडियाज़ स्पेस टेक्नोलॉजी के रिसर्च पे स्थापित करने का उनको अपॉर्चुनिटी मिलता है। अगर देखा जाए तो हमने पंजाब और इसमें पंजाब रीजन में जो SC/ST पॉपुलेशन है उसके लिए भी बहुत हमारे स्टूडेंट और फैकल्टी बहुत कंट्रीब्यूट कर रहे हैं, जिसमें 2 बड़े बड़े प्रोजेक्ट चल रहे हैं, जिसमें सोसाइटी में कंट्रीब्यूट करते हैं आसपास के एरिया में, और इसमें स्पेशली जाते हैं कि साइंस एंड टेक्नोलॉजी इंक्यूबेशन हब यहाँ पे है, एम्पावरमेंट जो आसपास के एरिया हैं उसमें कैंप लगाते हैं, कैंप लगा के उनको टेक्नोलॉजी से अवेयर कराते हैं और उनका जो प्रॉब्लम है उसको भी सॉल्व करते हैं। उसमें हमारे NIT जालंधर की फैकल्टी और स्टूडेंट काफ़ी जाके उसको सॉल्व किए हैं और उसको फार्मर को कैसे कैसे प्रॉब्लम हो रही हैं उसको सॉल्व करने की कोशिश कर रहे हैं। उसी तरह से एक हमारा सेट किया है साइंस एंड टेक्नोलॉजी इंक्यूबेशन सेंटर ने किया है, जो SC क्लस्टर ऑफ जालंधर के लिए किया है। पंजाब स्टेट काउंसिल फॉर साइंस एंड टेक्नोलॉजी ने किया है, 10 लाख रुपए दिए हुए, जिसमें SC/ST पॉपुलेशन की हेल्प करने के लिए, डिफरेंट एंगल से वो करने के लिए। डॉक्टर BR अंबेडकर राष्ट्रीय तकनीकी इंस्टीट्यूट ਵਿੱਚ ਭਾਰਤ ਦੇ ਕਈ ਪ੍ਰਮੁੱਖ ਪ੍ਰੋਜੈਕਟ ਚੱਲ ਰਹੇ ਨੇ ਜੋ ਦੇਸ਼ ਦੀ ਤਰੱਕੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਨੇ। ਮਿਨਿਸਟਰੀ ਆਫ ਐਜੂਕੇਸ਼ਨ ਦੇ ਹਾਇਰ ਐਜੂਕੇਸ਼ਨ ਫੰਡਿੰਗ ਏਜੰਸੀ ਪ੍ਰੋਗਰਾਮ ਦੇ ਤਹਿਤ 240 ਕਰੋੜ ਦੀ ਗ੍ਰਾਂਟ ਇੰਸਟੀਚਿਊਟ ਨੂੰ ਸੈਂਕਸ਼ਨ ਹੋਈ ਹੈ, ਜਿਹਦੇ ਵਿੱਚ 2 ਬ੍ਰੈਂਡ ਨਿਊ ਨਵੇਂ ਅਕੈਡਮਿਕ ਬਲਾਕ ਪਲਾਨ ਕੀਤੇ ਗਏ ਹੈ, ਜਿਹਦੇ ਨਾਲ ਇੱਕ ਵੱਡਾ ਸਟੂਡੈਂਟ ਦਾ ਹੋਸਟਲ ਵੀ ਆਏਗਾ ਤੇ ਫੈਕਲਟੀ ਰੈਜ਼ੀਡੈਂਸ਼ੀਅਲਸ ਨੂੰ ਵੀ ਐਕਸਪੈਂਡ ਕੀਤਾ ਜਾਏਗਾ, ਜਿਹਦੇ ਕਰਕੇ ज़्यादा तो ज़्यादा फैकल्टी कैंपस 'ਚ रह सके ताकि बच्चे उन्हों फ़ायदा उठा सकन। वेरी रीसेंटली असी गर्ल्स स्टूडेंट्स लिए एक 800 कैपेसिटी सीटर का मैगा गर्ल्स होस्टल ऐसे सत्र तो चालू किया है, जिन्हें कि साड़ी गर्ल्स स्टूडेंट्स की रहने की सारी क्षमता को एब्जॉर्ब किया है। तो फ्यूचर के आने वाले काफ़ी लंबे समय तक असी गर्ल्स स्टूडेंट्स को इन कैंपस उन्होंने फैसिलिटीज़ प्रोवाइड कर सकेंगे। साथ में हम लोगों ने एक चीज़ और की है कि जो हमारी नई फैकल्टी ज्वाइन की है उसको सीड मनी देने का, जिन्हें उनको लैपटॉप देने का और सीड मनी देने का, जो आपका स्टार्टिंग है रिसर्च स्टार्ट कर सकते हैं उसमें भी प्रोजेक्ट दे के उनको पैसा दे रहे हैं। साथ साथ में हमने ये भी देखा है कि जो हमारे फैकल्टी हैं जिनको कोई प्रॉब्लम हो रही है, मान लीजिए एक्सटर्नल प्रोजेक्ट ला रहे हैं और प्रोजेक्ट लाते समय उनको अगर किसी मनी की ज़रूरत पड़ती है तो हम उसको प्रोजेक्ट को कंप्लीट करने के लिए जो ज़रूरत है उन एक्सटर्नल फंडिंग में वहाँ पे भी हेल्प कर रहे हैं। साथ में हमने स्टेट ऑफ आर्ट हमने सेंट्रल फैसिलिटी बनाई हुई है। सेंट्रल फैसिलिटी बनाने से क्या है कि हमारे जो आसपास के एरिया हैं उनको भी क्या है रिसर्च फैसिलिटी सबको प्रोवाइड कराई है। अभी हम लोगों ने स्टूडेंट के लिए भी, जिनके पास जो वीकर सेक्शन के स्टूडेंट हैं उनको फ्री ऑफ कॉस्ट लैपटॉप भी दिए हैं। जितना रिक्वायरमेंट है वो मतलब 4 साल में वो पैसा रिटर्न कर सकते हैं, उनका प्रिंसिपल अमाउंट ही देना है। इनको स्टूडेंट के लिए भी लैपटॉप वगैरह दिए हैं जिससे वो अपनी पढ़ाई में अच्छी तरह से कर सकते हैं। कुछ नवे MTech प्रोग्राम भी असी शुरू किए हैं ਜਿਹੜੇ कि बड़े लाभवंत हैं, जिमें कि डेटा साइंस, डेटा एनालिटिक्स, इंडस्ट्रीयल इंजीनियरिंग ते मशीन लर्निंग और मैन्युफैक्चरिंग टैक्नोलॉजी ते इलैक्ट्रिकल व्हीकल डिज़ाइन, ये कोर्सेस ਜਿਹੜੇ ਹਨ
ਇਹ ਸਮੇਂ ਦੀ ਮੰਗ ਹਨ ਤੇ ਇਹ ਸਮੇਂ ਦੀ ਮੰਗ ਦੇ ਹਿਸਾਬ ਨਾਲ ਅਸੀਂ ਇਹ ਨਵੇਂ ਕੋਰਸਿਸ ਸ਼ੁਰੂ ਕੀਤੇ ਹਨ। ਈਵਨ PhD ਵਿੱਚ ਵੀ ਅਸੀਂ ਸਪੋਰਟਸ ਤੇ ਹੈਲਥ ਕੇਅਰ ਵਿੱਚ ਨਵਾਂ ਸੈਂਟਰ ਸ਼ੁਰੂ ਕੀਤਾ ਹੈ, ਜਿਸ ਦੇ ਵਿੱਚ ਇੱਥੇ ਦੇ ਜਿਹੜੇ ਡਾਕਟਰਸ ਹਨ ਉਹ ਆਪਣੀ ਰਿਸਰਚ ਵਾਸਤੇ PhD ਵਾਸਤੇ ਇੱਥੇ ਸਾਡੇ ਇੰਸਟੀਚਿਊਟ 'ਚ ਐਡਮਿਸ਼ਨ ਲੈ ਸਕਦੇ ਹਨ। ਜੇ ਐਡਮਿਸ਼ਨ ਦੀ ਗੱਲ ਕਰੀਏ ਤਾਂ ਸਾਡੇ ਕੋਲ BTech ਦੀ ਐਡਮਿਸ਼ਨ JEE ਮੇਨ ਦੇ ਬੇਸ ਸਕੋਰ ਦੇ ਬੇਸ ਤੇ ਅਸੀਂ ਐਡਮਿਸ਼ਨ ਦਿੰਦੇ ਹਾਂ ਤੇ JEE ਮੇਨ ਦੇ ਬੇਸ ਤੇ ਜੋਸਾ ਇੱਕ ਕਾਮਨ ਕਾਉਂਸਲਿੰਗ ਪਲੇਟਫਾਰਮ ਹੈਗਾ, ਜਿਹਦੇ ਵਿੱਚ ਸਾਰੇ ਵਿਦਿਆਰਥੀ ਰਜਿਸਟਰ ਕਰਦੇ ਹਨ ਤੇ ਆਨਲਾਈਨ ਇਹਦੀ ਕਾਉਂਸਲਿੰਗ ਹੁੰਦੀ ਹੈ ਤੇ ਉਹਦੇ ਬੇਸ ਤੇ ਬੱਚਿਆਂ ਨੂੰ ਉਹਨਾਂ ਦੇ ਰੈਂਕ ਦੇ ਮੁਤਲਕ ਉਹਨਾਂ ਨੂੰ ਸੀਟ ਅਲਾਟ ਹੋ ਜਾਂਦੀ ਹੈ। ਇੱਕ ਮੈਂ ਇੰਸਟੀਚਿਊਟ ਦਾ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ ਦੇ ਬਾਰੇ ਗੱਲ ਕਰਨਾ ਚਾਹਾਂਗਾ। ਪਿਛਲੇ ਕੁਝ ਸਮੇਂ ਤੋਂ ਐਜੂਕੇਸ਼ਨ, ਖਾਸ ਤੌਰ ਤੇ ਇੰਜੀਨੀਅਰਿੰਗ ਐਜੂਕੇਸ਼ਨ ਦਾ ਮਕਸਦ ਜਿਹੜਾ ਹੈ ਇੱਕ ਜੋਬ ਲੈਣ ਤੋਂ ਜੋਬ ਦੈਟ ਮੀਨਸ ਜੋਬ ਸੀਕਰ ਟੂ ਜੋਬ ਕ੍ਰੀਏਟਰ ਦੀ ਤਰਫ ਇਹ ਸ਼ਿਫਟ ਹੋਇਆ ਹੈ। ਮੀਨਸ ਸਾਡੀ ਐਜੂਕੇਸ਼ਨ ਜਿਹੜੀ ਹੈ, ਸਾਨੂੰ ਬੱਚਿਆਂ ਨੂੰ ਇਹ ਸਮਝਾਉਣਾ ਚਾਹੀਦਾ ਹੈ, ਅਸੀਂ ਉਹਨਾਂ ਨੂੰ ਉਸ ਤਰਫ ਲੈ ਜਾ ਰਹੇ ਹਾਂ ਕਿ ਕਿਵੇਂ ਉਹ ਇੱਕ ਜੋਬ ਲੱਭਣ ਵਾਲੇ ਤੋਂ ਜਾਂ ਜੋਬ ਢੂੰਢਣ ਵਾਲੇ ਬੱਚੇ ਤੋਂ ਇੱਕ ਜੋਬ ਕ੍ਰੀਏਟਰ ਬਣ ਸਕਦੇ ਹੈ। ਕਲੀਅਰ ਕੱਟ ਮਕਸਦ ਹੈ ਕਿ ਨਵੇਂ ਸਟਾਰਟਅਪਸ, ਨਏ ਐਂਟਰਪ੍ਰੀਨਿਓਰਸ਼ਿਪ ਸਕਿੱਲਸ ਉਹਨਾਂ ਨੂੰ ਅਸੀਂ ਦਈਏ ਤਾਂ ਕਿ ਉਹ ਆਪਣੇ ਸਟਾਰਟਅਪਸ ਸੈਟਅਪ ਕਰਕੇ ਇੱਕ ਜੋਬ ਕ੍ਰੀਏਟਰ ਦੀ ਹੈਸੀਅਤ ਦੇ ਨਾਲ ਅੱਗੇ ਆ ਸਕਣ। NIT ਨੂੰ ਕਾਬਲ ਤਕਨੀਕੀ ਜਨ ਸ਼ਕਤੀ ਬਣਾਉਣ ਲਈ ਵਿਗਿਆਨ ਤੇ ਤਕਨੀਕ ਦੀ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੇਰੇ ਕਾਰਜਕਾਲ ਦੌਰਾਨ ਮੈਨੂੰ ਇੱਕ ਪ੍ਰੋਜੈਕਟ ਤੇ ਕੰਮ ਕਰਨ ਦਾ ਮੌਕਾ ਮਿਲਿਆ। ਇਸ ਪ੍ਰੋਜੈਕਟ ਦਾ ਨਾਮ ਸੈਟਿੰਗ ਅਪ ਸਾਇੰਸ ਟੈਕਨੋਲੋਜੀ ਐਂਡ ਇਨੋਵੇਸ਼ਨ ਲੈਡ SC ਕਲਸਟਰ ਐਟ ਜਲੰਧਰ ਹੈ। ਯਾਨੀ ਕਿ ਅਸੀਂ ਵਿਗਿਆਨ, ਤਕਨੀਕ ਤੇ ਨਵੀਨਤਾ ਦੇ ਆਧਾਰ ਤੇ ਜਲੰਧਰ ਵਿੱਚ SC ਕਲਸਟਰ ਦੀ ਸਥਾਪਨਾ ਕਰਨਾ ਜਾ ਰਹੇ ਹਾਂ। ਤੇ ਜੇ ਮੈਂ ਮੇਨ ਉਦੇਸ਼ ਦੀ ਗੱਲ ਕਰਾਂ ਇਸ ਪ੍ਰੋਜੈਕਟ ਦਾ, ਉਹ ਹੈ ਕਿ ਜਲੰਧਰ ਦੇ ਵਿੱਚ ਜਿੰਨੇ ਸਾਡੇ ਪਿੰਡ ਨੇ ਤੇ ਉਹਦੇ ਵਿੱਚ ਜਿਹੜੀ ਸਾਡੀ SC ਯਾਨੀ ਕਿ ਅਨੁਸੂਚਿਤ ਜਾਤੀ ਪੋਪੂਲੇਸ਼ਨ ਹੈ, ਅਸੀਂ ਉਹਨਾਂ ਦੀ ਭਲਾਈ ਵਿੱਚ ਵਾਸਤੇ ਕੰਮ ਕਰ ਰਹੇ ਹਾਂ। ਜਿਵੇਂ ਉਹਨਾਂ ਦਾ ਲਾਈਵਲੀਹੁੱਡ ਫਰੇਮਵਰਕ ਯਾਨੀ ਕਿ ਉਹਨਾਂ ਦਾ ਰੋਜ਼ੀ ਰੋਟੀ ਦਾ ਢਾਂਚਾ, ਉਹਨਾਂ ਦੀ ਸਿਹਤ, ਉਹਨਾਂ ਦਾ ਪੋਸ਼ਣ ਤੇ ਫੈਕਟਰੀ ਵਿੱਚ ਵੀ ਜਿਵੇਂ ਕਈ ਲੋਕ ਕੰਮ ਕਰ ਰਹੇ ਆ, ਉਹਨਾਂ ਨੂੰ ਕਿਸ ਤਰ੍ਹਾਂ ਦੇ ਖਤਰੇ ਆ ਰਹੇ ਹੈ, ਇਹ ਸਾਰੇ ਮੁੱਦਿਆਂ ਤੇ ਅਸੀਂ ਕੰਮ ਕਰ ਰਹੇ ਤੇ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਵੱਖ-ਵੱਖ ਪ੍ਰੋਗਰਾਮ ਕੀਤੇ ਹੈ। ਜਿਵੇਂ ਕਿ ਜੇ ਮੈਂ ਗੱਲ ਕਰਾਂ, ਅਸੀਂ ਸਕੂਲਾਂ ਦੇ ਵਿੱਚ ਇੰਟਰਨੈਸ਼ਨਲ ਗਰਲ ਚਾਈਲਡ ਡੇ ਮਨਾਇਆ ਹੈ, ਨੈਸ਼ਨਲ ਟੈਕਨੋਲੋਜੀ ਡੇ ਮਨਾਇਆ ਹੈ, ਫਿਰ ਅਸੀਂ ਸਵੱਛਤਾ ਪਖਵਾੜਾ ਲਗਵਾਇਆ ਹੈ, ਅਸੀਂ ਕੰਪਿਊਟਰ ਬੇਸਡ ਟ੍ਰੇਨਿੰਗ ਵੀ ਦਿੱਤੀ ਹੈ ਸਕੂਲ ਦੇ ਛਾਤਰਾਂ ਨੂੰ, ਤਾਂ ਕਿ ਉਹ ਜੋ ਕਿ ਸਾਡੇ ਦੇਸ਼ ਦਾ ਤੇ ਸਾਡੇ समाज ਦਾ ਭਵਿੱਖ ਹੈ ਉਹ ਇਹ ਸਾਰੀ ਚੀਜ਼ਾਂ ਵਾਸਤੇ ਜਾगरूक हो सके। जो हमारी लैब है ये हमारी चिप डिज़ाइनिंग की लैब है और इंजीनियरिंग अगर उसमें बोलें तो ये VLSI डिज़ाइन पे लोग जो है इस पे काम करते हैं। अब बेसिकली ये लैब जो है ये हमारी फंडेड है फ्रॉम मिनिस्ट्री ऑफ इलेक्ट्रॉनिक्स एंड IT से, एंड इस टाइम गवर्नमेंट का जो मेन फोकस है वो हमारा सेमीकंडक्टर इंडस्ट्री पर है। तो एज ए चिप डिज़ाइनर फॉर एनालॉग एंड डिजिटल सर्किट्स जो है उसके लिए गवर्नमेंट ने हमें यहाँ पे प्रोवाइड कराए हैं कुछ सॉफ्टवेयर्स, और जो सॉफ्टवेयर्स हैं वो हमारे जो इंडस्ट्री में यूज़ होते हैं वही सॉफ्टवेयर्स सारे के सारे यहाँ पे प्रोवाइड कराए हैं। तो बेसिकली स्टूडेंट जो है यहाँ पर हम ट्रेन करते हैं। जो सॉफ्टवेयर है मेनली आपके जैसे केडेंस है, यहाँ पर सिनॉप्सिस, मेंटर ग्राफिक्स एंड डिफरेंट सॉफ्टवेयर्स प्रोवाइड कराए हैं जिस पे स्टूडेंट एनालॉग एंड डिजिटल डिज़ाइन पर यहाँ पे वर्क करते हैं। ਇਹ ਸਾਡੀ ਇੱਥੇ ਸੈਂਟਰਲਾਈਜ਼ਡ ਰਿਸਰਚ ਫੈਸਿਲਿਟੀ ਹੈ ਜਿਹੜੀ NIT ਦੇ ਸਟੂਡੈਂਟ ਤੋਂ ਇਲਾਵਾ ਅਸੀਂ ਲੋਕਲ ਇੰਡਸਟਰੀ ਨੂੰ ਵੀ ਕੇਟਰ ਕਰਦੇ ਹਾਂ, ਔਰ ਹੋਰ ਵੀ ਜਿਹੜੇ ਇੱਥੇ ਰਿਸਰਚ ਇੰਸਟੀਚਿਊਟ ਨੇ ਆਲੇ ਦੁਆਲੇ ਯੂਨੀਵਰਸਿਟੀਜ਼ ਨੇ ਪੰਜਾਬ ਦੇ ਵਿੱਚ ਜਾਂ ਨੇੜੇ ਦਿੱਲੀ ਤੱਕ ਅਸੀਂ ਕੇਟਰ ਕਰਦੇ ਹਾਂ। ਕਿਸੇ ਦਾ ਵੀ ਕੋਈ ਸੈਂਪਲ ਟੈਸਟਿੰਗ ਕਰਨੀ ਹੋਵੇ ਉਹ ਸਾਡੇ ਕੋਲ ਆ ਸਕਦੇ ਨੇ, ਔਰ ਆਪਣੇ ਸਟੂਡੈਂਟ ਤਾਂ ਸਾਡੇ ਨੂੰ ਯੂਟਿਲਾਈਜ਼ ਕਰਦੇ ਹੀ ਨੇ। ਤਾਂ ਇਹ ਜਿਹੜਾ ਸੈਂਟਰ ਹੈ ਇਹ ਸਾਰਾ ਮਟੀਰੀਅਲ ਰਿਸਰਚ ਸੈਂਟਰ ਹੈ, ਜਿਹਦੇ ਵਿੱਚ ਇੱਕ ਇੰਸਟਰੂਮੈਂਟ ਸਾਡੇ ਕੋਲ ਇਹ ਸੈਂਟਰਲਾਈਜ਼ ਫੈਸਿਲਿਟੀ ਹੈ FESCM ਦੀ, ਜਿਹਦੇ ਵਿੱਚ ਸਾਡੇ ਕੋਲ EDS ਨੇ, EBSD ਹੈ, ਜਿਹਦੇ ਵਿੱਚ ਅਸੀਂ ਸਟੀਲ ਨੂੰ ਅਲੱਗ ਐਨਾਲਾਈਜ਼ ਕਰ ਸਕਦੇ ਹਾਂ। ਕਰੰਟਲੀ ਤੁਸੀਂ ਦੇਖ ਰਹੇ ਹੋ ਸੈਂਪਲ ਜਿਹੜਾ ਹੈ ਉਹ ਇੱਕ ਟੈਕਸਟਾਈਲ ਫੈਬਰਿਕ ਨੂੰ ਐਨਾਲਾਈਜ਼ ਕਰ ਰਹੇ ਨੇ। ਬੇਸਿਕਲੀ ਮੇਨ ਏਮ ਸੈਂਟਰਲਾਈਜ਼ ਫੈਸਿਲਿਟੀ ਦਾ ਇਹ ਹੈ ਕਿ ਸਾਰਾ ਚੀਜ਼ ਡੁਪਲੀਕੇਟ ਨਾ ਹੋਵੇ, ਕਿਉਂਕਿ ਮਹਿੰਗੇ ਇੰਸਟਰੂਮੈਂਟ ਨੇ, ਇਸ ਕਰਕੇ ਹਰ ਡਿਪਾਰਟਮੈਂਟ 'ਚ ਅਲੱਗ-ਅਲੱਗ ਖਰੀਦਣ ਦੀ ਬਜਾਏ ਇਹਨਾਂ ਨੂੰ ਇਕੱਠੇ ਇੱਕ ਜਗ੍ਹਾ 'ਤੇ ਐਸਟੈਬਲਿਸ਼ ਕੀਤਾ ਜਾਂਦਾ ਹੈ। ਅਤੇ ਉਹਨੂੰ ਮੈਨੇਜ ਕਰਨਾ ਔਰ ਚਲਾਉਣਾ ਵੀ ਥੋੜਾ ਆਸਾਨ ਰਹਿੰਦਾ ਹੈ, ਕਿਉਂਕਿ ਇਹ ਇੰਸਟਰੂਮੈਂਟ ਨੂੰ ਮੇਨਟੇਨ ਕਰਨਾ ਟ੍ਰੇਨਡ ਆਪਰੇਟਰ ਚਾਹੀਦੇ ਨੇ, ਔਰ ਇਹ ਫੈਸਿਲਿਟੀਜ਼ ਓਪਨ ਨੇ ਸਿਰਫ ਸਾਡੇ ਸਟੂਡੈਂਟ ਲਈ ਨਹੀਂ, ਆਲੇ ਦੁਆਲੇ ਦੀਆਂ ਯੂਨੀਵਰਸਿਟੀਜ਼, ਇੰਡਸਟਰੀ ਕੋਈ ਵੀ ਸਾਡੇ ਕੋਲ ਆ ਕੇ ਟੈਸਟ ਕਰ ਸਕਦਾ ਹੈ ਤਾਂ ਕਿ ਉਹਨਾਂ ਦੀਆਂ ਪ੍ਰੋਬਲਮ ਵੀ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰ ਸਕੀਏ। ਇੱਥੇ ਦੇਸ਼ ਦੇ ਕਈ ਹਿੱਸਿਆਂ ਤੋਂ ਆ ਕੇ ਵਿਦਿਆਰਥੀ ਪੜ੍ਹਾਈ ਕਰਦੇ ਨੇ। ਇੱਥੇ ਵਿਦਿਆਰਥੀਆਂ ਨੂੰ ਖੇਡਣ ਲਈ ਸਹੂਲਤਾਂ ਦਿੱਤੀਆਂ ਗਈਆਂ ਨੇ। ਟੈਕਸਟਾਈਲ ਡਿਪਾਰਟਮੈਂਟ ਇੱਕ ਯੂਨੀਕ ਡਿਪਾਰਟਮੈਂਟ ਹੈ ਨਾਰਥ ਇੰਡੀਆ ਦਾ। 16 ਫੈਕਲਟੀ ਮੈਂਬਰਸ ਹੈਗੇ ਸਾਡੇ ਇੱਥੇ ਡਿਪਾਰਟਮੈਂਟ ਵਿੱਚ, ਸਾਰੇ ਦੇ ਸਾਰੇ PhD ਹੈ, ਵੈਰੀ ਹਾਰਡ ਵਰਕਿੰਗ ਔਰ ਸਿੰਸੀਅਰ। ਬਿਕੋਜ਼ ਆਫ ਉਹਨਾਂ ਦੀ ਹਾਰਡ ਵਰਕ ਔਰ ਸਿੰਸੀਅਰਿਟੀ ਕਰਕੇ ਸਾਨੂੰ ਰੀਸੈਂਟਲੀ ਇਸ ਸਾਲ ਵਿੱਚ
NTTM ਵੱਲੋਂ 18.25 ਕਰੋੜ ਦੀ ਗ੍ਰਾਂਟ ਮਿਲੀ ਹੈ। ਟੋਟਲ 19 ਕਰੋੜ ਦੀ ਗ੍ਰਾਂਟ ਡਿਪਾਰਟਮੈਂਟ ਨੂੰ ਮਿਲੀ ਹੈ NTTM ਔਰ ਦੂਸਰੀ ਫੰਡਿੰਗ ਏਜੰਸੀਜ਼ ਵੱਲੋਂ। ਵੇਰੀਅਸ ਪ੍ਰੋਜੈਕਟਸ ਵਿੱਚ ਜਿਹੜੇ ਕਿ ਰਿਲੇਟਡ ਨੇ ਟੈਕਨੀਕਲ ਟੈਕਸਟਾਈਲ ਨਾਲ, जियो टेक्सटाइल है, चाहे वो मेडिकल टेक्सटाइल है, चाहे इंडस्ट्रियल टेक्सटाइल्स है, चाहे फिल्ट्रेशन है, बहुत सारा काम असी सारे मिल के कर रहे हैं इन्होंने एरियाज़ जोड़े कि मॉडर्न एरियाज़ ने जो स्टूडेंट साढ़े कोल हैगे वो इन्होंने सारा एरियाज़ विच काम करते हैं, चाहे वो M.Tech दे है, B.Tech दे या PhD दे स्टूडेंट्स है। हर साल अराउंड 100 स्टूडेंट्स फ्रॉम दिस डिपार्टमेंट क्लीयर करके जाते हैं, क्वालीफाई करते हैं। तो साड़ी पूरी कोशिश रहती है कि असी अपने स्टूडेंट्स नू वैल प्लेस करिए फ्यूचर ताकि वो अपनी और अपने परिवार दी और देश की उन्नति ਲਈ ਕੰਮ ਆਏ। ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਕਾਲਜ ਵਿੱਚ ਬੱਚਿਆਂ ਦਾ ਭਵਿੱਖ ਬਹੁਤ ਉਜਵਲ ਹੈ। ਇਸ ਸਾਲ ਵੀ ਪਿਛਲੇ ਸਾਲਾਂ ਵਾਂਗੂ ਕਾਲਜ ਦੀ B.Tech ਦੀ ਪਲੇਸਮੈਂਟ ਬਹੁਤ ਵਧੀਆ ਰਹੀ ਹੈ। ਕਾਲਜ ਵਿੱਚ ਵੱਖ-ਵੱਖ ਸੈਕਟਰਾਂ ਦੀਆਂ ਕੰਪਨੀਆਂ ਵਿਜ਼ਿਟ ਕਰਦੀਆਂ ਹਨ। ਇਸ ਵਾਰ ਕਾਲਜ ਵਿੱਚ ਲਗਭਗ 160 ਕੰਪਨੀਆਂ ਨੇ ਵਿਜ਼ਿਟ ਕੀਤਾ ਤੇ ਉਹਨਾਂ ਨੇ ਲਗਭਗ 730 ਜੌਬ ਆਫਰਾਂ ਬੱਚਿਆਂ ਨੂੰ ਦਿੱਤੀਆਂ, ਜਿਸ ਵਿੱਚੋਂ 90 ਬੱਚਿਆਂ ਨੂੰ ਡਬਲ ਜੌਬ ਆਫਰਾਂ ਮਿਲੀਆਂ ਤੇ ਸਾਡਾ ਪਲੇਸਮੈਂਟ ਪਰਸੈਂਟੇਜ 80% ਰਿਹਾ। ਇਹ ਪਲੇਸਮੈਂਟ ਪਰਸੈਂਟੇਜ ਨਾਰਥ ਇੰਡੀਆ ਦੇ ਸਾਰੇ ਕਾਲਜਾਂ ਵਿੱਚੋਂ ਸਭ ਤੋਂ ਵੱਧ ਹੈ। ਇਸ ਸੰਸਥਾਨ ਵਿੱਚ ਲਗਾਤਾਰ ਭਾਰਤੀ ਅਤੇ ਵਿਦੇਸ਼ੀ ਕੰਪਨੀਆਂ ਆਉਂਦੀਆਂ ਰਹਿੰਦੀਆਂ ਨੇ ਜੋ ਇੱਥੋਂ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਪ੍ਰਦਾਨ ਕਰਦੀਆਂ ਨੇ। ਸਾਡਾ ਇੰਸਟੀਚਿਊਟ ਜਿਹੜਾ ਹੈ ਇੱਕ ਪ੍ਰੀਮੀਅਰ ਇੰਸਟੀਚਿਊਟ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਪੂਰੇ ਨਾਰਥ ਵਿੱਚ ਇਹੀ ਇੱਕ ਐਸਾ ਇੰਸਟੀਚਿਊਟ ਹੈ ਜਿਹਦੇ ਵਿੱਚ ਸਭ ਤੋਂ ਵਧੀਆ ਪਲੇਸਮੈਂਟ ਤੇ ਸਭ ਤੋਂ ਵਧੀਆ ਸੁਵਿਧਾਵਾਂ ਹਨ, ਜਿਸ ਕਾਰਨ ਸਾਡੇ ਬੱਚੇ ਗੂਗਲ ਵਰਗੀ ਕੰਪਨੀ ਜਿਸ ਉਹਦੇ ਵਿੱਚ 62 ਲੱਖ ਦਾ ਪੈਕੇਜ ਹੈ, ਇਸ ਵਾਰੀ ਵੀ ਬੱਚੇ ਪਲੇਸ ਹੋਏ ਹਨ ਤੇ ਐਵਰੇਜ ਪੈਕੇਜ 12.5 ਲੱਖ ਹੈ ਸਾਡੇ ਇੰਸਟੀਚਿਊਟ ਦੇ ਵਿਦਿਆਰਥੀਆਂ ਦਾ। ਤੇ ਅਕੈਡਮਿਕਸ ਵਾਸਤੇ ਸਾਡੇ ਕੋਲ ਸਾਰੀਆਂ ਸੁਵਿਧਾਵਾਂ, ਸਾਰੀਆਂ ਲੈਬੋਰਟਰੀਜ਼ ਵਰਲਡ ਕਲਾਸ ਹਨ ਤੇ ਜਿਸ ਕਾਰਨ ਪੂਰੇ ਨਾਰਥ ਵਿੱਚ ਸਾਰਿਆਂ ਦੀ ਪ੍ਰੈਫਰੈਂਸ NIT ਜਲੰਧਰ ही हो जाती है। फर्स्ट टाइम NIT जालंधर QS रैंकिंग में आया है, जो QS रैंकिंग में 600 से 800 के बैंड में आया हुआ है, जो फर्स्ट टाइम QS रैंकिंग में एशिया रैंकिंग में आया हुआ है। उसी हिसाब से हम देखें 2024 में द रैंकिंग में हम लोगों का बहुत अच्छा परफॉर्मेंस किया है NIT जालंधर में, जो फैकल्टी और स्टूडेंट बहुत और स्टाफ बहुत अच्छा काम कर रहे हैं, जिससे 350 से 400 के बैंड में हम आए। उसी हिसाब से TBI में जो हमारा एक स्टार्टअप ग्रांट आई है, स्टार्टअप इंडिया सीड फंड स्कीम के तहत आई है, जो 5 करोड़ रुपए दिए गए हैं NIT जालंधर को, जो हम क्या है आसपास के एरिया हैं जिनके स्टार्टअप किए हैं उनको फंडिंग कर रहे हैं, उनको हेल्प कर रहे हैं, जिससे मतलब आसपास के एरिया को हम किस तरह से हेल्प कर सकें, एग्रीकल्चर के क्षेत्र में, मेडिसिन के क्षेत्र में और इंडस्ट्री के क्षेत्र में किस तरह से हेल्प कर सकें, उस हिसाब से कर रहे हैं। ਇਸ ਤੋਂ ਇਲਾਵਾ ਇੰਸਟੀਚਿਊਟ ਦੇ ਲਗਭਗ ਸਾਰੀ ਫੈਕਲਟੀ ਰਿਸਰਚ ਦੇ ਪ੍ਰੋਗਰਾਮਸ ਦੇ ਵਿੱਚ ਇਨਵੋਲਵ ਹੈਗੀ ਹੈ, ਜਿਹਦੇ ਤੋਂ ਅਸੀਂ ਕਾਫੀ ਅੱਛੀ ਖਾਸੀ ਕੰਸਲਟੈਂਸੀ ਵੀ ਅਰਨ ਕਰ ਰਹੇ ਹਾਂ, ਜਿਹਦੇ ਵਿੱਚ ਸਿਵਲ ਦਾ ਡਿਪਾਰਟਮੈਂਟ ਸਾਡਾ ਬਹੁਤ ਅੱਛੀ ਕੰਸਲਟੈਂਸੀ ਕਰ ਰਿਹਾ ਹੈ। ਇਸੇ ਤਰ੍ਹਾਂ ਟੈਕਸਟਾਈਲ, ਕੈਮੀਕਲ, ਮਕੈਨੀਕਲ, ਇਲੈਕਟ੍ਰੋਨਿਕਸ, ਕੰਪਿਊਟਰ ਸਾਇੰਸ, IT, ਇਹ ਸਾਰੇ ਡਿਪਾਰਟਮੈਂਟਸ ਕੰਸਲਟੈਂਸੀ ਬਹੁਤ ਅੱਛੀ ਕਰ ਰਹੇ ਹੈ। ਜਿਹੜੀ ਵੀ ਇੰਡਸਟਰੀ ਸਾਡੇ ਆਸ-ਪਾਸ ਦੀ ਹੈ, ਮੈਂ ਉਹਨਾਂ ਨੂੰ ਵੀ ਸੱਦਾ ਦੇਣਾ ਚਾਹਾਂਗਾ ਕਿ ਜੇ ਕਿਤੇ ਉਹਨਾਂ ਨੂੰ ਕੋਈ ਪ੍ਰੋਬਲਮ ਫੇਸ ਆਉਂਦੀ ਹੈ ਤਾਂ ਇੱਕ ਵਾਰੀ ਸਾਡੇ ਕੋਲ ਆਉਣ, ਸਾਡੇ ਨਾਲ ਇੰਟਰੈਕਟ ਕਰਨ, ਸਾਡੇ ਨਾਲ ਆਪਣੀ ਪ੍ਰੋਬਲਮਸ ਨੂੰ ਸ਼ੇਅਰ ਕਰਨ। ਜਿੱਥੋਂ ਤੱਕ ਹੋ ਸਕੇਗਾ ਅਸੀਂ ਉਹਨਾਂ ਦੀ ਪ੍ਰੋਬਲਮ ਨੂੰ ਸ਼ੇਅਰ ਕਰਨਾ ਚਾਹਾਂਗੇ ਅਤੇ ਅਸੀਂ ਉਹਨਾਂ ਨੂੰ ਪੂਰਾ ਸੋਲੂਸ਼ਨ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ।